ਸਾਹਿਬ ਜੀਓ। ਸ੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ। ਅਮਰਦਾਸ ਗੁਰ ਹਿਰਦਿ ਧਿਆਨ, ਗੁਰ ਹਿਰਦਿ ਧਿਆਨ। ਸ੍ਰੀ ਗੁਰੂ ਰਾਮਦਾਸ ਗੁਣ ਗਾਉ। ਸ੍ਰੀ ਅਰਜਨ ਬਿਘਨਨ ਕੇ ਨਾਸ਼ਕ, ਬਿਘਨਨ ਕੇ ਨਾਸ਼ਕ। ਹਰਗੋਬਿੰਦ ਸੁਭ ਸੁਮਾਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮਕਾਰ ਜੋਰੀ, ਨਮਕਾਰ ਜੋਰੀ। ਗੁਰੂ ਹਰਿਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰ ਤਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਬੈਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਇਕ ਓੰਕਾਰ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਦੋਹਰਾ ਸਿਰ ਸਤਿਗੁਰੂ ਕੇ ਸ਼ਬਦ ਮੇਂ, ਰਜੇ ਜੇ ਸਿੱਖ ਸੁਖ ਸੰਗ। ਤਿਨ ਚਰਨਨ ਪਰ ਬੰਦਨਾ, ਕਰੋ ਸਦਾ ਸਭ ਮੰਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬਨ ਨਵਾਜ਼ ਧੰਨ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਜੀ ਦੀ ਪਾਵਨ ਪਵਿੱਤਰ ਮੁਬਾਰਕ ਗੋਦ ਦੇ ਅੰਦਰ ਮੇਰੀ ਪੀੜੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਸ਼ੁਭ ਪ੍ਰਾਪਤ ਮੁਬਾਰਕ ਮੁਕੱਦਸ ਅਸਥਾਨ ਗੁਰਦੁਆਰਾ ਸੁਖਚੈਨ ਆਨੰਦ ਸਾਹਿਬ ਵਿਖੇ ਸ਼ਬਦ ਦੇ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਗੁਰੂ ਰੂਪ ਗੁਰੂ ਖਾਲਸਾ ਸੰਗਤ ਜੀਓ ਵਡਭਾਗੇ ਹੋ। ਸਾਹਿਬਾਂ ਦੀ ਗੋਦ ਆਪ ਜੀ ਨੂੰ ਪ੍ਰਾਪਤ ਹੋ ਰਹੀ ਹੈ ਇਸ ਮੁਬਾਰਕ ਅਸਥਾਨ ਤੋਂ, ਜੋ ਮਰਿਆਦਾ ਅਨੁਸਾਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਜੀਵਨ ਦੀ ਕਥਾ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਰਾਹੀਂ ਕਵਿਰਾਜ ਕਵੀ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਦੀ ਕਲਮ ਆਪ ਜੀ ਸਰਵਣ ਕਰਦੇ ਆ ਰਹੇ ਹੋ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਗਤ ਜਲੰਧਰ ਨੂੰ ਠਾਰਦੇ ਹੋਇਆਂ ਕਾਬਲ ਦੀ ਧਰਤੀ ਦੇ ਉੱਤੇ ਪਹੁੰਚ ਨਾ ਕੀਤਾ। ਵਲੀ ਕੰਧਾਰੀ ਦਾ ਹੰਕਾਰ ਦੂਰ ਕੀਤਾ। ਪੰਜਾ ਸਾਹਿਬ ਅੱਜ ਉਸ ਅਸਥਾਨ ਦੇ ਉੱਤੇ ਗੁਰਦੁਆਰਾ ਜਿਹੜਾ ਹੈ ਸੁਭਾਈਮਾਨ ਹੈ। ਇਸੇ ਹੀ ਨਗਰ ਦੇ ਅੰਦਰ ਇੱਕ ਕਾਜੀ ਨੂੰ ਉਪਦੇਸ਼ ਦਿੰਦਿਆਂ ਹੋਇਆਂ ਮੇਰੇ ਮਾਲਕ ਨੇ ਜਿਹੜਾ ਹੈ ਉਸ ਮੁੱਲੇ ਨੂੰ ਜਿਹੜਾ ਹੈ ਉਹ ਤਾਰਨ ਕੀਤਾ ਤੇ ਉਹਨਾਂ ਦੇ ਜੀਵਨ ਦੀ ਇਹ ਅਹਿਮ ਘਟਨਾ
ਇਸ ਗੱਲ ਦਾ ਸਬੂਤ ਹੈ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਅੰਦਰ ਹਰ ਲੁਕਾਈ ਜਿਹੜੀ ਹੈ ਉਹ ਝੁਕ ਰਹੀ ਸੀ। ਕੋਈ ਮੁਸਲਮਾਨ ਹੋਵੇ, ਕੋਈ ਜੈਨੀ ਹੋਵੇ, ਕੋਈ ਬੋਧੀ ਹੋਵੇ, ਕੋਈ ਹਿੰਦੂ ਹੋਵੇ, ਆਦਿਕ ਸਭੇ ਜਿਹੜੇ ਸਨ ਗੁਰੂ ਨਾਨਕ ਦੇ ਘਰ ਦਾ ਪਿਆਰ ਮਾਣ ਰਹੇ ਸਨ। ਕਿਉਂਕਿ ਜਦੋਂ ਪੰਡਿਤ ਹਰਦਾਸ ਜੀ ਹੁਣਾਂ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਰੱਖਦੇ ਹਨ ਅਤੇ ਉਦੋਂ ਮਹਿਤਾ ਕਲਿਆਣ ਦਾਸ ਰਾਏ ਬੁਲਾਰ ਨੂੰ ਇਸ ਗੱਲ ਦਾ ਸੰਕੇਤ ਦਿੰਦੇ ਹਨ ਕਿ ਹੋਰਾਂ ਧਰਮਾਂ ਦੇ ਅੰਦਰ ਸਿਰਫ ਆਪਣੇ ਇਸ਼ਟ ਨੂੰ ਹੀ ਕੋਈ ਝੁਕਦਾ ਹੈ। ਮੈਂ ਨਾਨਕ ਇਸ ਦਾ ਨਾਮ ਇਸ ਕਰਕੇ ਰੱਖਿਆ ਹੈ। ਇਹ ਜਗਤ ਦੇ ਵਿੱਚ ਜਿਹੜਾ ਹੈ ਜਿਤਨੀ ਲੁਕਾਈ ਹੈ ਕਿਸੇ ਵੀ ਮਤ ਦੇ ਨਾਲ ਸੰਬੰਧਿਤ ਹੋਵੇਗੀ ਉਹ ਇਹਦੇ ਚਰਨਾਂ ਦੇ ਵਿੱਚ ਆ ਕੇ ਜਿਹੜੀ ਝੁਕੇਗੀ। ਇਹ ਪੰਡਿਤ ਹਰਦਾਸ ਦੇ ਬੋਲ ਸਨ ਅਤੇ ਬਿਲਕੁਲ ਇਨ ਬਿਨ ਜਦੋਂ ਹੁਣ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਆਪ ਜੀ ਪਾਵਨ ਪਵਿੱਤਰ ਇਹ ਜੀਵਨ ਸਰਵਣ ਕਰ ਰਹੇ ਹੋ ਕਿ ਦੇਖੋ ਕੌਣ ਪਹਿਲਾਂ ਜੈਨੀਆਂ ਦਾ ਆਪ ਜੀ ਨੇ ਸੁਣਿਆ ਹੈ, ਫਿਰ ਉਸ ਵਲੀ ਕੰਧਾਰੀ ਦਾ ਸੁਣਿਆ ਜੋ ਫਕੀਰ ਸੀ, ਉਸ ਤੋਂ ਬਾਅਦ ਮਸੀਤ ਦੇ ਵਿੱਚ ਜੋ ਮੁੱਲਾ ਸੀ ਉਹਦਾ ਮੇਰੇ ਮਾਲਕ ਨੇ ਜਿਹੜਾ ਹੈ ਹੰਕਾਰ ਤੋੜਿਆ। ਇਹਨਾਂ ਨੂੰ ਬੰਦਗੀ ਦੇ ਵਿੱਚ ਜਿਹੜਾ ਹੈ ਉਹ ਲਾਉਣਾ ਕੀਤਾ ਹੈ। ਹਰ ਕੋਈ ਕਿਸੇ ਵੀ ਮਤ ਦਾ ਹਿੰਦੂ ਸੀ ਆਦਿਕ ਗੁਰੂ ਨਾਨਕ ਦੇ ਚਰਨਾਂ ਦੇ ਜਿਹੜਾ ਹੈ ਜੁੜ ਰਿਹਾ ਹੈ। ਇਸ ਤੋਂ ਅਗਾਂਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਹੜੇ ਨੇ ਉਹ ਬਿਆਨਾਂ ਕਰਦੇ ਹਨ ਕਿਸ ਤਰ੍ਹਾਂ ਉਹ ਪ੍ਰਸੰਗ ਆ ਰਹੇ ਹਨ, ਕਿੰਨਾ ਨੂੰ ਮੇਰੇ ਮਾਲਕ ਤਾਰ ਰਹੇ ਹਨ। ਆਓ ਇਸ ਪਾਵਨ ਪਵਿੱਤਰ ਜੀਵਨ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਅੰਦਰ ਜੋ ਗੁਰੂ ਨਾਨਕ ਸਾਹਿਬ ਜੀ ਦਾ ਹੈ ਉਹਨੂੰ ਸਰਵਣ ਕਰੀਏ ਜੀ। ਦਿਓ ਅਸੀਸ ਗਜ ਵੱਜ ਕੇ ਅੱਖ ਨਾ ਕਰੋ। ਸਤਿਨਾਮ ਸ੍ਰੀ ਵਾਹਿਗੁਰੂ। ਫਿਰ ਕਰੋ ਕਿਰਪਾ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਦੋਹਰਾ ਸ੍ਰੀ ਸਤਿਗੁਰੂ ਕੇ ਸ਼ਬਦ ਮੇਂ ਰਜੇ ਜਿ ਸਿੱਖ ਸੁਖ ਸੰਗ। ਜਿਹੜੇ ਅਕਾਲ ਪੁਰਖ ਵਾਹਿਗੁਰੂ ਦੇ ਸ਼ਬਦ ਦੇ ਵਿੱਚ ਰਤੇ ਹੋਏ ਹਨ ਜੀ। ਜਿਨ ਚਰਨਨ ਪਰ ਭੰਗ ਨਾ ਕਰੋ ਸਦਾ ਸੁਖ ਮੰਗ। ਕਵੀ ਰਾਜ ਮਹਾਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਅੱਗੇ ਜੀਵਨ ਲਿਖਣ ਤੋਂ ਪਹਿਲਾਂ ਜਿਹੜੇ ਸ਼ਬਦ ਦੇ ਵਿੱਚ ਰਤੇ ਹੋਏ ਗੁਰਸਿੱਖ ਹਨ, ਮੈਂ ਉਹਨਾਂ ਨੂੰ ਸਭ ਤੋਂ ਪਹਿਲਾਂ ਨਮਸਕਾਰ ਕਰਦਾ ਅਤੇ ਫਿਰ ਅੱਗੇ ਉਹਨਾਂ ਦਾ ਜੀਵਨ ਬਿਰਤਾਂਤ ਲਿਖਣਾ ਕਰਦਾ ਹਾਂ ਜੀ। ਚੌਪਈ ਸ੍ਰੀ ਅੰਗਦ ਸੁਣੀਏ ਗੁਣ ਪਵਨੰਗ। ਹੇ ਗੁਣਾਂ ਦੇ ਘਰ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਤੁਸੀਂ ਸੁਣਨਾ ਕਰੋ। ਭਾਈ ਬਾਲਾ ਜੀ ਜੋ ਬ੍ਰਹਮ ਗਿਆਨੀ ਭਾਈ ਬਾਲਾ ਜੀ ਹਨ, ਉਹ ਖਡੂਰ ਸਾਹਿਬ ਜੀ ਦੀ ਧਰਤੀ ਜਿੱਥੇ ਮੱਲ ਅਖਾੜਾ ਗੁਰਦੁਆਰਾ ਹੈ, ਉੱਥੇ ਸ਼ਾਮਾਂ ਦੇ ਵਕਤ ਧੰਨ ਗੁਰੂ ਅੰਗਦ ਦੇਵ ਜੀ ਇਹ ਸਾਰੀ ਕਥਾ ਸੁਣ ਰਹੇ ਹਨ ਭਾਈ ਬਾਲੇ ਜੀ ਦੇ ਕੋਲ। ਹੁਣ ਭਾਈ ਬਾਲਾ ਜੀ ਗੁਰੂ ਅੰਗਦ ਦੇਵ ਜੀ ਨੂੰ ਕਹਿੰਦੇ ਕਿ ਜਦੋਂ ਉਸ ਮੁੱਲੇ ਨੂੰ ਮੇਰੇ ਮਾਲਕ ਨੇ ਤਾਰਨਾ ਕੀਤਾ ਨਾ, ਅਤੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਅੱਗੇ ਪ੍ਰਸਥਾਨ ਕਰ ਲਿਆ। ਅਤੇ ਇਹ ਗੁਰੂ ਨਾਨਕ ਅੰਗਦ ਦੇਵ ਜੀ ਹੁਣ ਤੁਸੀਂ ਗੁਰੂ ਨਾਨਕ ਸਾਹਿਬ ਜੀ ਦਾ ਅੱਗੇ ਜੀਵਨ ਸੁਣਨਾ ਕਰੋ ਜੀ। ਆਗੇ ਕਿਨ ਗੁਰੂ ਪੁਨ ਗਵਨੰਗ। ਗੁਰੂ ਜੀ ਇਸ ਤੋਂ ਅੱਗੇ ਤੁਰ ਪਏ ਹਨ ਜੀ। ਜਾਤ ਪੰਥ ਮੇ ਖੇਤ ਨਿਹਾਰ। ਤੁਰਦਿਆਂ ਰਾਹ ਦੇ ਵਿੱਚ ਉਹਨਾਂ ਨੇ ਇੱਕ ਖੇਤ ਜਿਹੜਾ ਹੈ ਦੇਖਣਾ ਕੀਤਾ ਹੈ ਜੀ। ਆਗੇ ਚਣੇ ਖੜੀ ਕਸਾਰ। ਉਹ ਖੇਤ ਕਾਹਦਾ ਹੈ? ਉਹ ਖੇਤ ਹੈ ਛੋਲਿਆਂ ਦਾ। ਉਹਦੇ ਖੇਤ ਦੇ ਵਿੱਚ ਚਣਿਆਂ ਦੀ ਛੋਲਿਆਂ ਦੀ ਫਸਲ ਜਿਹੜੀ ਹੈ ਹਰੀ ਭਰੀ ਲਹਿਰਾ ਰਹੀ ਹੈ ਜੀ। ਵੇਖ ਮਰਦਾਨੇ ਰਿਦੇ ਲੁਭਾਇਆ। ਤੇ ਉਸ ਫਸਲ ਨੂੰ ਭਾਈ ਮਰਦਾਨਾ ਜੀ ਵੀ ਦੇਖ ਕਰਕੇ ਜਿਹੜੇ ਨੇ ਨਾ ਉਹ ਹੱਸਣਾ ਕੀਤੇ ਹਨ ਜੀ। ਸ੍ਰੀ ਨਾਨਕ ਸੰਗ ਬੈਠ ਹਲਾਇਆ। ਜਦੋਂ ਉਸ
ਹਰੇ ਭਰੇ ਛੋਲਿਆਂ ਦੇ ਖੇਤ ਨੂੰ ਦੇਖਿਆ, ਦਾਣਾ ਪੈ ਚੁੱਕਾ ਹੈ, ਫਲੀਆਂ ਆਈਆਂ ਹੋਈਆਂ ਹਨ ਤੇ ਛੋਲੇ ਜਿਹੜੇ ਨੇ ਭਾਵ ਫਸਲ ਜਿਹੜੀ ਹੈ ਪੱਕਣ ਦੇ ਕੰਢੇ 'ਤੇ ਹੈ, ਹਰੀ ਹੈ, ਡੱਡਰੀ ਹੈ ਆਦਿਕ। ਤੇ ਹੁਣ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਜੋ ਭਾਈ ਮਰਦਾਨਾ ਜੀ ਹਨ, ਭਾਈ ਬਾਬਾ ਜੀ ਕਹਿ ਰਹੇ ਨੇ ਗੁਰੂ ਅੰਗਦ ਦੇਵ ਜੀ, ਮੇਰੇ ਸਾਥੀ ਭਾਈ ਮਰਦਾਨਾ ਸਾਹਿਬ ਜੀ ਨੇ ਜਦੋਂ ਉਹ ਖੇਤ ਦੇਖਿਆ ਨਾ, ਤੇ ਉਸ ਖੇਤ ਵੱਲ ਦੇਖ ਕਰਕੇ ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਗੁਰੂ ਕੀ ਸੰਗਤ ਜੀ ਇਸ ਤਰ੍ਹਾਂ ਬਚਨ ਕਹਿਣ ਲੱਗੇ ਹਨ ਜੀ। ਖੇਤ ਜਨਨ ਕੋ ਫਲ ਲਾਗਿਓ। ਕਹਿਣ ਲੱਗਾ ਮਰਦਾਨਾ, ਕਹਿੰਦਾ ਗੁਰੂ ਨਾਨਕ ਸਾਹਿਬ ਜੀ ਦੇਖੋ ਕਿੰਨਾ ਸੋਹਣਾ ਖੇਤ ਹੈ, ਇਸ ਖੇਤ ਦੇ ਵਿੱਚ ਆ ਜਿਹੜੀ ਫਸਲ ਚਣਿਆਂ ਦੀ ਛੋਲਿਆਂ ਦੀ ਖਲੋਤੀ ਹੋਈ ਹੈ, ਇਹਨੂੰ ਬੜਾ ਫਲ ਲੱਗਾ ਹੈ, ਬੜੀ ਹਰੀ ਭਰੀ ਹੈ ਜੀ। ਜਿਤ ਚਾਵਨ ਮਨ ਮਨ ਅਨੁਰਾਗਿਓ। ਤੇ ਕਹਿਣ ਲੱਗਾ ਧੰਨ ਗੁਰੂ ਨਾਨਕ ਸਾਹਿਬ ਜੀ ਮੇਰਾ ਮਨ ਚਾਹੁੰਦਾ ਹੈ, ਪਿਆਰ ਨਾਲ ਕੋ ਸਤਨਾਮ ਸ੍ਰੀ ਵਾਹਿਗੁਰੂ, ਫਿਰ ਕਰੋ ਕਿਰਪਾ ਕੋ ਸਤਨਾਮ। ਕਹਿਣ ਲੱਗਾ ਧੰਨ ਗੁਰੂ ਨਾਨਕ ਜੀ ਮੇਰਾ ਮਨ ਚਾਹੁੰਦਾ ਹੈ ਕਿ ਇਸ ਛੋਲਿਆਂ ਨੂੰ ਜਿਹੜਾ ਹੈ ਮੈਂ ਛਕਣਾ ਕਰਾਂ। ਆਇਸ ਦੇਸੋ ਬੂਟ ਉਖਾੜ। ਮੇਰੇ ਮਾਲਕ ਜੇ ਤੂੰ ਆਗਿਆ ਕਰੇ ਤੇ ਮੈਂ ਇਸ ਛੋਲਿਆਂ ਦੇ ਕੁਝ ਕੁ ਬੂਟਿਆਂ ਨੂੰ ਜਿਹੜਾ ਹੈ ਪੁੱਟ ਲਵਾਂ। ਏਠਾ ਅਗਨ ਜਗਾਈ ਸਵਾਰ। ਤੇ ਇਹਨਾਂ ਨੂੰ ਅੱਗ ਬਾਲ ਕਰਕੇ ਉਹਨਾਂ ਦੇ ਉੱਤੇ ਸਵਾਰੋਂ ਕਰਾਂ। ਸਵਾਰੋਂ ਕਹਿੰਦੇ ਨੇ ਛੋਲਿਆਂ ਨੂੰ ਅੱਗ ਦੇ ਉੱਤੇ ਜਿਹੜਾ ਹੈ ਭੁੰਨਿਆ ਜਾਂਦਾ ਹੈ, ਧਿਆਨ ਦੇਣਾ। ਹਾਲੋ ਕਰਨਾ ਜਾਂ ਟਾਂਟੋ ਕਰਨਾ ਆਦਿਕ ਪੁਰਾਣੀ ਬੋਲੀ ਦੇ ਵਿੱਚ ਜਿਹੜਾ ਸੀ ਕਿਹਾ ਜਾਂਦਾ ਸੀ। ਸਵਾਰੋਂ ਤੋਂ ਉਲਟ ਕੇ ਇਹ ਜਿਹੜਾ ਹੈ ਟਾਂਟੋ ਆਇਆ, ਟਾਂਟੋ ਤੋਂ ਉਲਟ ਕੇ ਜਿਹੜਾ ਹੈ ਹਾਲੋਂ ਆਇਆ, ਹਾਲੋ ਭੁੰਨਣੇ। ਜਦੋਂ ਛੋਲਿਆਂ ਦੀ ਫਸਲ ਹਰੀ ਭਰੀ ਹੋ ਜਾਂਦੀ ਹੈ, ਵਿੱਚ ਦਾਣਾ ਮਕਬੂਲ ਹੋ ਜਾਂਦਾ ਹੈ, ਤੇ ਉਹਨਾਂ ਨੂੰ ਬੂਟਿਆਂ ਸਮੇਤ ਪੁੱਟ ਕੇ ਜਿਨ੍ਹਾਂ ਨੇ ਹਾਲੋ ਕਰਕੇ ਖਾਣੇ ਹੁੰਦੇ ਹਨ, ਉਹ ਮੱਠੀ ਮੱਠੀ ਅੱਗ 'ਤੇ ਜਿਹੜਾ ਹੈ ਧੂਏ ਦੇ ਸੇਕ ਦੇ ਉੱਤੇ ਉਹਨਾਂ ਛੋਲਿਆਂ ਨੂੰ ਜਿਹੜਾ ਹੈ ਫਿਰ ਜਿਹੜਾ ਹੈ ਸਾੜਨਾ ਕਰਦੇ ਹਨ। ਉਹਦੇ ਬਾਅਦ ਉਹਨਾਂ ਦੀਆਂ ਟਾਂਟੋ ਜਿਹੜੀਆਂ ਨੇ ਵੱਖਰੀਆਂ ਕਰ ਦਿੰਦੇ ਨੇ, ਤੇ ਵਿੱਚੋਂ ਦਾਣੇ ਕੱਢ ਕੇ ਜਿਹੜੇ ਨੇ ਉਹ ਬੜੇ ਸਵਾਦਿਸ਼ਟ ਭੋਜਨ ਦੇ ਰੂਪ ਦੇ ਵਿੱਚ ਜਿਹੜੇ ਸਨ ਉਹ ਖਾਧੇ ਜਾਂਦੇ ਸਨ। ਇਸ ਤਰ੍ਹਾਂ ਭਾਈ ਮਰਦਾਨਾ ਜੀ ਕਹਿ ਰਹੇ ਨੇ, ਜੇ ਮਾਲਕ ਤੇਰੀ ਆਗਿਆ ਹੋਵੇ ਇਹਨਾਂ ਬੂਟਿਆਂ ਨੂੰ ਪੁੱਟਾਂ ਤੇ ਪੁੱਟ ਕਰਕੇ ਮੈਂ ਜਿਹੜਾ ਹਾਂ ਇਹਨਾਂ ਦੇ ਹਾਲੋ ਭੁੰਨਣੇ ਕਰਾਂ ਅੱਗ 'ਤੇ। ਸੁਣ ਬਿਗਸੇ ਬੇਦੀ ਗੁਣ ਦੀਪਾ। ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਮਰਦਾਨੇ ਦੇ ਇਤਨੇ ਬਚਨ ਸੁਣੇ ਨਾ ਗੁਰੂ ਕੀ ਸੰਗਤ ਜੀ, ਤੇ ਮੇਰੇ ਮਾਲਕ ਮੁਸਕਰਾਏ, ਕਹਿਣ ਲੱਗੇ ਮਰਦਾਨਿਆਂ ਤੇਰੇ ਮਨ ਦੀ ਜੇ ਇਹੀ ਇੱਛਾ ਹੈ ਤੇ ਬੈਠ ਗਏ ਤੇ ਖੇਤ ਸਮੀਪਾ। ਕਹਿਣ ਲੱਗੇ ਧੰਨ ਗੁਰੂ ਨਾਨਕ ਸਾਹਿਬ ਜੀ ਵਾਹਿਗੁਰੂ ਮਰਦਾਨਿਆਂ ਤੇਰੀ ਇਹੀ ਇੱਛਾ ਹੈ ਨਾ, ਤੂੰ ਛੋਲੇ ਖਾਣੇ ਉਹ ਵੀ ਹਾਲੋ ਭੁੰਨ ਕੇ, ਤੇ ਇਸ ਤਰ੍ਹਾਂ ਕਰਦੇ ਹਾਂ ਤੇਰਾ ਮਨ ਨਹੀਂ ਹੁਣ ਅੱਗੇ ਤੁਰਨ ਨੂੰ ਕਰਦਾ। ਹੁਣ ਅਸੀਂ ਇਸੇ ਥਾਂ 'ਤੇ ਜਿਹੜਾ ਹੈ ਬੈਠ ਜਾਂਦੇ ਹਾਂ। ਇਸ ਕਰਕੇ ਧੰਨ ਗੁਰੂ ਨਾਨਕ ਸਾਹਿਬ ਜੀ ਉਸ ਅਸਥਾਨ ਦੇ ਖੇਤ ਦੇ ਲਾਗੇ ਬੈਠ ਗਏ ਹਨ ਜੀ। ਤੇ ਇੱਕ ਬਾਲਕ ਥੋ ਰਖਵਾਰਾ। ਆਂਦੇ ਉਸ ਸਮੇਂ ਨਾ ਉਸ ਖੇਤ ਦੇ ਵਿੱਚ ਇੱਕ ਬਾਲਕ ਸੀ, ਜਿਹੜਾ ਉਸ ਖੇਤ ਦੀ ਜਿਹੜਾ ਸੀ ਰਾਖੀ ਕਰਦਾ ਪਿਆ ਸੀ, ਭਾਵ ਉਸ ਫਸਲ ਦੀ ਰਾਖੀ ਬੈਠਾ ਹੋਇਆ ਸੀ। ਸਿਰ ਗੁਰ ਕੋ ਤਿਨ ਦਰਸ ਨਿਹਾਰਾ। ਤੇ ਉਹਨੇ ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕੀਤੇ ਹਨ ਜੀ। ਹੀਰਤਾ ਨਿਰਮਲ ਪਿਓ ਬੇਸਾਲਾ। ਬਸ ਆਂਦੇ ਦਰਸ਼ਨ ਦੇਖਣ ਦੀ ਜਿਹੜੀ ਸੀ ਲੋੜ ਸੀ ਉਸ ਬਾਬੇ ਪ੍ਰੀਤਮ। ਕੀ ਹੋਇਆ, ਉਹ ਜਿਸੋਂ ਬੱਚੇ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕੀਤੇ ਤੇ ਮੇਰੇ ਮਾਲਕ ਦੇ ਘਰ ਦੀ ਕਲਾ ਵਰਤੀ, ਇਹਦਾ ਮਨ ਜਿਹੜਾ ਬਦਲ ਗਿਆ। ਅੰਦਰ ਦੀਆਂ ਸਾਰੀਆਂ ਤ੍ਰਿਸ਼ਨਾਵਾਂ ਜੋ ਵੀ ਕਿਤੇ ਪਨਪਦੀਆਂ ਸਨ, ਮੇਰੇ ਮਾਲਕ ਦੇ ਦਰਸ਼ਨ ਕੀਤਿਆਂ ਹੀ ਉਹ ਜਿਹੜੀਆਂ ਨੇ ਪਲਟ ਗਈਆਂ। ਹਿਰਦਾ ਇਹਦਾ ਜਿਹੜਾ ਹੈ ਸ਼ੁੱਧ ਹੋ ਗਿਆ। ਅਸ ਕਾਰਜ ਕੀਨੋ ਦੇ ਕਾਲਾ। ਤੇ
ਤੇ ਉਹਨੇ ਜਿਹੜਾ ਹੈ ਫਿਰ ਇਹ ਕਾਰਜ ਜਿਹੜਾ ਹੈ ਆਪ ਕਰਨਾ ਕੀਤਾ ਹੈ ਜੀ। ਆਪਣੇ ਘਰ ਸੋ ਬੂਟ ਉਖਾੜੇ। ਉਹ ਫਿਰ ਭਾਈ ਮਰਦਾਨੇ ਨੂੰ ਬੂਟੇ ਪੁੱਟਣ ਦੀ ਲੋੜ ਨਹੀਂ ਪਈ ਗੁਰ ਕੀ ਸੰਗਤ ਜੀ, ਕਿਉਂਕਿ ਭਾਈ ਮਰਦਾਨੇ ਦੀ ਇੱਛਾ ਸੀ ਉਹ ਛੋਲੇ ਜਿਹੜੇ ਨੇ ਭੁੰਨ ਕੇ ਖਾਣੇ ਨੇ, ਤੇ ਮੇਰੇ ਮਾਲਕ ਨੇ ਉਸ ਖੇਤ ਦਾ ਜਿਹੜਾ ਰਖਵਾਲਾ ਸੀ ਉਹਦਾ ਹੀ ਮਨ ਫੇਰ ਦਿੱਤਾ। ਜਦੋਂ ਹੁਣ ਮਨ ਫਿਰਿਆ ਤੇ ਭਾਈ ਮਰਦਾਨੇ ਨੂੰ ਪੁੱਟਣ ਦੀ ਲੋੜ ਨਹੀਂ ਪਈ, ਉਹਨੇ ਆਪ ਬੂਟੇ ਜਿਹੜੇ ਨੇ ਪੁੱਟੇ ਹਨ ਜੀ। ਪਾਵਕ ਬਾਰੀ ਖੜੇ ਸਵਾਰੇ। ਤੇ ਉਹਨੇ ਅੱਗ ਦੇ ਉੱਤੇ ਉਹਨਾਂ ਬੂਟਿਆਂ ਨੂੰ ਜਿਹੜਾ ਹੈ ਭੁੰਨਣਾ ਕੀਤਾ, ਤੇ ਉਹ ਬੜੇ ਸਵਾਦਿਸ਼ਟ ਜਿਹੜੇ ਨੇ ਭੋਜਨ ਦੇ ਰੂਪ ਦੇ ਵਿੱਚ ਤਿਆਰ ਕੀਤੇ ਹਨ ਚਨੇ ਜੀ। ਸਿਰ ਗੁਰ ਆਗੇ ਤਰੇ ਸੋ ਜਾਈ। ਤੇ ਫਿਰ ਕੁਝ ਕੁ ਹੀ ਮਿੰਟਾਂ ਦੇ ਵਿੱਚ ਉਹ ਭੋਜਨ ਰੂਪ ਤਿਆਰ ਕਰਕੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ, ਭਾਈ ਮਰਦਾਨਾ ਜੀ ਤੇ ਭਾਈ ਬਾਲਾ ਜੀ ਦੇ ਸਾਹਮਣੇ, ਉਹ ਮੇਰੇ ਮਾਲਕ ਦੇ ਸਾਹਮਣੇ ਜਿਹੜੇ ਹਨ ਉਸ ਬਾਲਕ ਨੇ ਉਹ ਹਾਲੋਂ ਕੀਤੇ ਹੋਏ ਚਨੇ ਜਿਹੜੇ ਸਨ ਰੱਖ ਦਿੱਤੇ। ਬੈਠੇ ਨਿਗਟ ਆਪ ਹੀ ਤਲਾਈ। ਤੇ ਆਪ ਬੜੀ ਚਾਹਨਾ ਦੇ ਨਾਲ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਨਜ਼ਦੀਕ ਆ ਕਰਕੇ ਉਹ ਬੱਚਾ, ਉਹ ਬਾਲਕ ਜਿਹੜਾ ਸੀ ਬੈਠ ਗਿਆ। ਸ੍ਰੀ ਪ੍ਰਭ ਕਹੇ ਦਿਹੋ ਮਰਦਾਨੇ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਮਰਦਾਨਿਆਂ ਲੈ, ਤੇਰੇ ਮਨ ਦੀ ਇੱਛਾ ਸੀ ਨਾ ਕਿ ਮੈਂ ਜਿਹੜੇ ਨੇ ਚਨੇ ਖਾਣੇ ਨੇ, ਇਹ ਚਨੇ ਤੂੰ ਦੇਖ ਲੈ, ਜੇ ਕਿਤੇ ਤੇਰੇ ਮਨ ਦੇ ਵਿੱਚ ਕੁਝ ਹੋਰ ਵੀ ਆ ਜਾਂਦਾ ਨਾ ਤੈਨੂੰ ਉਹ ਵੀ ਮਿਲ ਜਾਣਾ। ਤੂੰ ਨਾਨਕ ਦਾ ਜਿਹੜਾ ਹੈ ਸਾਥੀ ਹੈ, ਇਸ ਕਰਕੇ ਲੈ ਮਰਦਾਨਿਆ ਤੂੰ ਹੁਣ ਇਹਨਾਂ ਚਨਿਆਂ ਨੂੰ ਛਕਣਾ ਕਰ। ਜੋ ਤੂੰ ਮਨ ਦੇ ਵਿੱਚ ਸੋਚਿਆ ਸੀ ਕਿ ਚਨੇ ਜਿਹੜੇ ਨੇ ਮੈਂ ਛਕਣੇ ਨੇ ਹਾਲੋਂ ਭੁੰਨ ਕੇ, ਉਸੇ ਤਰ੍ਹਾਂ ਹੀ ਹੁਣ ਹੋ ਗਿਆ ਹੈ ਜੀ। ਆਈ ਸਮਾਨੀ ਕੀਨ ਚਬੀਨਾ। ਤੇ ਇਸ ਕਰਕੇ ਉਹਨਾਂ ਛੋਲਿਆਂ ਨੂੰ ਚੱਬਣ ਲੱਗ ਕਰਕੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਭਾਈ ਮਰਦਾਨਾ ਜੀ ਆ ਗਏ ਹਨ ਜੀ। ਸਰਬਨ ਮੇਰ ਸਵਾਦ ਬਹੁਲੀਨਾ। ਤੇ ਭਾਈ ਮਰਦਾਨਾ ਨਾ ਉਹਨਾਂ ਛੋਲਿਆਂ ਨੂੰ ਛਕਦਾ ਚਲਾ ਗਿਆ, ਤੇ ਜਦੋਂ ਛਕਦਾ ਚਲਾ ਗਿਆ ਨਾ ਤੇ ਆਪ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਅੱਗੇ ਵੀ ਪਏ ਸਨ ਥੋੜ੍ਹੇ, ਤੇ ਕਹਿਣ ਲੱਗਾ ਮਾਲਕ ਤੁਸੀਂ ਤਾਂ ਛਕਣੇ ਨਹੀਂ, ਮੈਨੂੰ ਤਾਂ ਭੁੱਖ ਬੜੀ ਲੱਗੀ ਹੈ, ਇਹ ਆ ਤੁਹਾਡੇ ਵਾਲੇ ਵੀ ਜਿਹੜੇ ਆ ਮੈਨੂੰ ਦੇ ਦਿਓ। ਇਹ ਸਾਰਾ ਹੀ ਭਾਈ ਮਰਦਾਨਾ ਜਿਹੜਾ ਸੀ ਨਾ ਉਸ ਵੇਲੇ ਆਂਦੇ ਹਨ, ਇਤਿਹਾਸ ਕਹਿੰਦਾ ਉਹ ਛੋਲੇ ਜਿਹੜੇ ਸਨ ਅੱਗ 'ਤੇ ਭੁੰਨੇ ਹੋਏ ਉਹ ਸਾਰੇ ਦੇ ਸਾਰੇ ਛਕ ਗਿਆ ਹੈ ਜੀ। ਉਨ ਬਾਲਕ ਕੇ ਆਸ ਔਰਿਆਈ। ਜਦੋਂ ਭਾਈ ਮਰਦਾਨਾ ਸਾਰੇ ਛੋਲੇ ਛਕ ਕੇ ਤ੍ਰਿਪਤ ਹੋਇਆ ਤੇ ਉਧਰ ਦੂਜੇ ਪਾਸੇ ਜਿਹੜਾ ਰਾਖਾ ਸੀ ਖੇਤ ਦਾ ਬਾਲਕ, ਉਹਨੇ ਆਪਣੇ ਹਿਰਦੇ ਦੇ ਵਿੱਚ ਇਸ ਤਰ੍ਹਾਂ ਗੱਲ ਵਿਚਾਰਨੀ ਕੀਤੀ ਹੈ ਜੀ। ਕਸ ਭੋਜਨ ਆਨੋ ਘਰ ਜਾਈ। ਸੋਚਦਾ ਹੈ ਕਿ ਇਹ ਸਾਰੇ ਦੇ ਸਾਰੇ ਚਨੇ ਨੇ ਜਿਹੜੇ ਨੇ ਇਹਨਾਂ ਦਾ ਇੱਕ ਸਾਥੀ ਸੰਤ ਹੀ ਜਿਹੜਾ ਖਾ ਗਿਆ, ਦੂਜਿਆਂ ਨੂੰ ਉਹਨੇ ਦਿੱਤਾ ਨਹੀਂ। ਮਾਲਕ ਦੇ ਘਰ ਦੀ ਕਲਾ ਸੀ, ਕਹਿੰਦਾ ਹੈ ਕਿ ਮੈਂ ਹੁਣ ਘਰ ਜਾਵਾਂ, ਮਨ 'ਚ ਸੋਚਦਾ ਹੈ, ਤੇ ਘਰ ਜਾ ਕੇ ਇਹਨਾਂ ਮਹਾਂਪੁਰਸ਼ਾਂ ਲਈ, ਇਹਨਾਂ ਸੰਤਾਂ ਵਾਸਤੇ ਜਿਹੜਾ ਹੈ ਮੈਂ ਭੋਜਨ ਪਦਾਰਥ ਆਦਿਕ ਜਿਹੜਾ ਹੈ ਉਹ ਬਣਾਉਣੇ ਕਰਾਂ ਜੀ। ਦੇਵੋ ਸੰਤਨ ਆਏ ਸੁਦਾ ਤੋਰ। ਤੇ ਇਹਨਾਂ ਨੂੰ ਮੈਂ ਜਿਹੜਾ ਹੈ ਉਹ ਛਕਣ ਵਾਸਤੇ ਲਿਆ ਕੇ ਜਿਹੜਾ ਹੈ ਦੇਣਾ ਕਰਾਂ ਜੀ। ਘਰ ਵਿਚਾਰ ਤਬ ਚੱਲਣ ਲੱਗਾ ਘਰ। ਇੰਨੀਆਂ ਮਨ ਦੇ ਵਿੱਚ ਵਿਚਾਰਾਂ ਸੋਚਦਿਆਂ ਹੋਇਆਂ ਇੱਕਦਮ ਉੱਠਣਾ ਕੀਤਾ ਤੇ ਘਰ ਨੂੰ ਜਿਹੜਾ ਹੈ ਆਪਣੇ ਜਾਣ ਲੱਗਾ ਹੈ ਜੀ। ਭੋਜਨ ਕੀਨ ਪ੍ਰਭੂ ਨੇ ਤਾਬਹੀ। ਉਸ ਸਮੇਂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਇਹਨੂੰ ਪੁੱਛਣ ਵਾਸਤੇ ਇਹਦੇ ਮਨ ਦੀ ਜਿਹੜੀ ਗੱਲ ਨੂੰ ਜਿਹੜਾ ਹੈ ਜਾਚਨਾ ਕੀਤਾ ਹੈ ਜੀ। ਕਹਾਂ ਚਲੋ ਬਾਲਕ ਤੂੰ ਆਬਹੀ। ਕਹਿਣ ਲੱਗੇ ਇਹ ਬਾਲਕ ਤੂੰ ਐਡੇ ਟਾਈਮ ਉੱਠ ਕੇ ਕਿੱਥੇ ਚੱਲਾ ਹੈ? ਹੁਣੇ ਹੁਣੇ ਤਾਂ ਸਾਡੇ ਕੋਲ ਆਇਆ ਹੈ, ਸਾਡੇ ਨਾਲ ਗੱਲਾਂ ਬਾਤਾਂ ਕਰਦਾ ਹੈ,
ਸਾਨੂੰ ਜਿਹੜਾ ਹੈ ਚਨੇ ਛਕਾਏ। ਤੂੰ ਐਡੇ ਟਾਈਮ ਹੁਣ ਕਿੱਧਰ ਨੂੰ ਚੱਲਾ ਹੈ ਜੀ। ਹਾਥ ਬੰਦ ਕਹੀ ਮੈਂ ਕਰ ਜਾਵ। ਦੋਨੋਂ ਹੱਥ ਜੋੜ ਕੇ ਇਹ ਬੱਚਾ ਕਹਿਣ ਲੱਗਾ, ਧੰਨ ਗੁਰੂ ਨਾਨਕ ਜੀ ਮੈਂ ਜਿਹੜਾ ਹਾਂ ਨਾ ਆਪਣੇ ਘਰ ਨੂੰ ਚੱਲਾ ਹਾਂ ਜੀ। ਏਤ ਤੁਮਾਰੇ ਭੋਜਨ ਲਿਆਵ। ਮੈਨੂੰ ਇਸ ਤਰ੍ਹਾਂ ਜਾਪਦਾ ਹੈ ਕਿ ਸਾਰੇ ਛੋਲੇ ਜਿਹੜੇ ਨੇ ਤੁਹਾਡਾ ਸਾਥੀ ਛਕ ਗਿਆ, ਤੁਹਾਨੂੰ ਵੀ ਭੁੱਖ ਲੱਗੀ ਹੋਵੇਗੀ। ਤੁਹਾਡੇ ਨਾਲ ਇੱਕ ਹੋਰ ਸਾਥੀ ਹੈ ਤੁਹਾਡਾ ਬਾਬਾ, ਉਹਨੂੰ ਵੀ ਜਿਹੜਾ ਹੈ ਉਹ ਭੁੱਖ ਲੱਗੀ ਹੋਵੇਗੀ। ਇਸ ਕਰਕੇ ਮੈਂ ਘਰ ਜਾਵਾਂ ਤੇ ਘਰ ਜਾ ਕੇ ਤੁਹਾਡੇ ਲਈ ਭੋਜਨ ਜਿਹੜਾ ਹੈ ਉਹ ਪਕਵਾ ਕਰਕੇ ਲਿਆਉਣਾ ਕਰਾਂ। ਮੇਰੇ ਮਨ ਦੀ ਇਹ ਇੱਛਾ ਹੈ, ਇਸ ਕਰਕੇ ਮੈਂ ਆਪਣੇ ਘਰ ਨੂੰ ਹੁਣ ਚੱਲਾ ਹਾਂ ਜੀ। ਆਪ ਸਤ ਸੁਖ ਦਿਓ ਕਨੇਰਾ। ਮੈਨੂੰ ਇਸ ਤਰ੍ਹਾਂ ਪ੍ਰਤੀਤ ਹੋ ਰਿਹਾ ਹੈ ਤੁਸੀਂ ਸੰਤ ਹੋ, ਤੇ ਸੰਤ ਜਿਹੜੇ ਨੇ ਨਾ ਉਹ ਸਾਰਿਆਂ ਨੂੰ ਸੁੱਖ ਦਿੰਦੇ ਨੇ। ਧਿਆਨ ਦੇਣਾ ਸੁਖਮਨੀ ਸਾਹਿਬ ਜੀ ਦੀ ਬਾਣੀ, ਸੰਤ ਸ਼ਰਨ ਜੋ ਜਨ ਪਰ ਸੋ ਜਨ ਉਦਰਨ ਹਾਰ। ਉਹ ਤਰ ਜਾਂਦੇ ਨੇ। ਤੁਸੀਂ ਮੈਨੂੰ ਜਿਹੜੇ ਹੋ ਸੰਤ ਜਾਪਦੇ ਹੋ, ਤੇ ਮੈਨੂੰ ਹੁਣ ਇਸ ਤਰ੍ਹਾਂ ਵੀ ਮਹਿਸੂਸ ਹੁੰਦਾ ਹੈ ਤੁਹਾਡੀ ਸੇਵਾ ਕਰਕੇ ਮੈਨੂੰ ਸੁੱਖ ਜਿਹੜੇ ਨੇ ਵਧੇਕ ਮਿਲਣਗੇ ਜੀ। ਪਾਵੋ ਬੰਧਨ ਭਲਾ ਹੋਏ ਮੇਰਾ। ਤੁਸੀਂ ਜਦੋਂ ਆਪਣੇ ਮੁਖ ਦੇ ਵਿੱਚ ਮੇਰੇ ਘਰ ਦਾ ਪੱਕਿਆ ਹੋਇਆ ਪ੍ਰਸ਼ਾਦਾ ਨਿਵਾਲਾ ਰੂਪ ਜਦੋਂ ਤੁਸੀਂ ਛਕੋਗੇ ਤੇ ਮੈਨੂੰ ਬੜਾ ਜਿਹੜਾ ਹੈ ਉਹ ਸੁੱਖ ਪ੍ਰਤੀਤ ਹੋਵੇਗਾ। ਮੇਰਾ ਵੀ ਭਲਾ ਜਿਹੜਾ ਹੈ ਹੋ ਜਾਵੇਗਾ ਜੀ। ਇਸ ਕਰਕੇ ਮੈਨੂੰ ਹਿਰਦੇ ਦੇ ਵਿੱਚ ਤੁਹਾਡਾ ਜਿਹੜਾ ਹੈ ਬੜਾ ਪਿਆਰ ਹਿੱਤ ਜਿਹੜਾ ਹੈ ਜਾਗਿਆ ਹੈ ਜੀ। ਕਿਰਪਾ ਧਰ ਗੁਰ ਬਚਨ ਬਖਾਨਾ। ਆਨੇ ਉਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਇਹਦੀ ਸ਼ਰਧਾ, ਇਹਦੀ ਭਾਵਨਾ, ਇਹਦਾ ਪਿਆਰ ਆਪਣੇ ਪ੍ਰਤੀ ਦੇਖਿਆ ਤੇ ਉਦੋਂ ਇਸ ਤਰ੍ਹਾਂ ਇਹਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਬਚਨ ਜਿਹੜੇ ਨੇ ਉਹ ਕਹਿਣ ਲੱਗੇ ਹਨ ਜੀ। ਸਥਰ ਤੇਰਾ ਮੇਭ ਨਿਹਾਲੀ ਪਾਓ ਤੇਰਾ ਪਕਵਾਨ। ਪਿਆਰ ਨਾਲ ਕੋ ਸਤਨਾਮ ਸ੍ਰੀ ਵਾਹਿਗੁਰੂ। ਜਾਗੜੇ ਦਾ ਸਾਨੂੰ ਸੱਥਰ ਚੰਗਾ, ਸੱਥਰ ਕਹਿੰਦੇ ਨੇ ਜ਼ਮੀਨ ਨੂੰ। ਧੰਨ ਗੁਰੂ ਨਾਨਕ ਸਾਹਿਬ ਜੀ ਬਾਣੀ ਦੇ ਜ਼ਰੀਏ ਇਹਨੂੰ ਹੁਣ ਉਪਦੇਸ਼ ਦੇਣ ਲੱਗੇ। ਕਹਿਣ ਲੱਗੇ ਬਾਲਕ ਘਰ ਨਾ ਜਾ, ਬੈਠ ਜਾ ਸਾਡੇ ਲਾਗੇ। ਇਹ ਬੈਠ ਗਿਆ। ਕਹਿਣ ਲੱਗੇ ਸੱਥਰ ਤੇਰਾ ਲੇਫ ਨਿਹਾਲੀ। ਜਿਸ ਖੇਤ ਦੇ ਵਿੱਚ ਅਸੀਂ ਆ ਕੇ ਬੈਠੇ ਹਾਂ, ਇਸ ਖੇਤ ਦਾ ਮਾਲਕ ਤੂੰ ਹੈ, ਇਹ ਭੂਮੀ ਦਾ ਮਾਲਕ ਤੂੰ ਹੈ, ਤੇ ਇਸ ਧਰਤੀ ਤੇ ਬੈਠੇ ਹਾਂ, ਇਸ ਜਗ੍ਹਾ ਤੇ ਬੈਠੇ ਹਾਂ। ਸਾਨੂੰ ਇਹ ਨਹੀਂ ਮਹਿਸੂਸ ਹੋਇਆ ਕਿ ਅਸੀਂ ਜ਼ਮੀਨ ਤੇ ਬੈਠੇ ਹਾਂ। ਤੂੰ ਸ਼ਰਧਾ ਤੇ ਭਾਵਨਾ ਹੀ ਇੰਨੀ ਅਰਪਿਤ ਕਰ ਦਿੱਤੀ ਹੈ। ਇਸ ਤਰ੍ਹਾਂ ਹੈ ਜਿਸ ਤਰ੍ਹਾਂ ਥੱਲੇ ਜਿਹੜੇ ਨੇ ਗਦੇਲੇ ਲੱਗੇ ਹੋਣ। ਪਿਆਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਤੇਰਾ ਸੱਥਰ, ਇਹ ਤੇਰੀ ਜ਼ਮੀਨ ਹੀ ਜਿਹੜੀ ਹੈ ਸਾਡੇ ਲਈ ਲੇਪ ਤੇ ਤੁਲਾਈਆਂ ਹਨ ਜੀ। ਨਾਨਕ ਸਿਵ ਦੀ ਰਾਜੀ ਪਾਓ ਤੇਰਾ ਭਗਵਾਨ। ਤੇ ਜਿਹੜਾ ਤੂੰ ਪ੍ਰੇਮ, ਜਿਹੜੀ ਭਾਵਨਾ ਸਾਡੇ ਨੂੰ ਅਰਪਣ ਕੀਤੀ ਹੈ ਨਾ, ਤੇਰੇ ਹੁਣ ਘਰ ਦੇ ਭੋਜਨ ਦੀ ਸਾਨੂੰ ਲੋੜ ਨਹੀਂ। ਗੋਬਿੰਦ ਭਾਓ ਭਗਤ ਕਾ ਭੁੱਖਾ। ਉਹ ਪ੍ਰੇਮਾ ਭਗਤੀ ਦਾ ਭੁੱਖਾ ਹੈ। ਬਾਬਾ ਕਬੀਰ ਸਾਹਿਬ ਜੀ ਦੇ ਬਚਨ ਨੇ, ਰਾਜਨ ਕੌਣ ਤੁਮਾਰੇ ਆਵੈ ਐਸੋ ਭਾਉ ਬਿਦਰ ਕੋ ਦੇਖਿਓ ਉਹ ਗਰੀਬ ਮੁਹਿ ਭਾਵੇ। ਹਸਤੀ ਦੇਖ ਭਰਮ ਤੇ ਭੂਲਾ, ਸ਼੍ਰੀ ਭਗਵਾਨ ਨਾ ਜਾਣਿਆ ਤੁਮਰੋ ਦੂਧ ਬਿਦਰ ਕੋ ਪਾਨੋ। ਅੰਮ੍ਰਿਤ ਕਰ ਮੈਂ ਪਾਨਿਆ ਖੀਰ ਸਮਾਨ ਸਾਗ ਮੈਂ ਪਾਇਆ। ਗੁਣ ਗਾਵਤ ਰੈਨ ਬਿਹਾਨੀ ਕਬੀਰ ਕੋ ਠਾकुर ਅਨੰਦ ਬਨੋਦੀ ਜਾਤ ਨਾ ਕਾਹੂ ਕੀ ਮਾਨੀ। ਉਹ ਇਸ ਤਰ੍ਹਾਂ ਨਹੀਂ ਹੈ, ਪ੍ਰੇਮਾ ਭਗਤੀ ਦਾ ਭੁੱਖਾ ਹੈ। ਐ ਬਾਲਕ ਭਾਉ ਤੇਰਾ ਪਕਵਾਨ, ਤੇਰਾ ਪਿਆਰ ਹੀ ਸਾਡੇ ਲਈ ਜਿਹੜਾ ਹੈ ਤੇਰਾ ਘਰ ਦਾ ਬਣਾਇਆ ਹੋਇਆ ਭੋਜਨ ਰੂਪ ਹੈ ਜੀ। ਨਾਨਕ ਸਿਵਤੀ ਰਜਿਆ ਆਓ ਬਹੁ ਸੁਲਤਾਨ। ਇਸ ਕਰਕੇ ਨਾਨਕ ਨੂੰ ਕਿਸੇ ਪ੍ਰਕਾਰ ਦੀ ਭੁੱਖ ਨਹੀਂ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਨਾਨਕ ਤੇ ਸਿਫਤ ਤੇ ਸਲਾਹ ਦਾ ਭੁੱਖਾ ਹੈ। ਤੇ ਜਿਹੜੇ ਨਾਨਕ ਦੇ ਘਰ ਦੇ ਵਿੱਚ ਸਿਫਤ ਤੇ ਸਲਾਹ ਕਰਦੇ ਨੇ ਨਾ, ਮੇਰੇ ਮਾਲਕ ਨੇ ਉਹਨਾਂ ਨੂੰ ਪਾਤਸ਼ਾਹੀਆਂ ਦਿੱਤੀਆਂ ਹਨ। ਜਿਸ ਨੂੰ ਬਖਸ਼ੈ ਸਿਫਤ ਸਲਾਹ
ਨਾਨਕ ਪਾਤਸ਼ਾਹੀ ਪਾਤਸ਼ਾਹ। ਇੱਥੇ ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨਾਨਕ ਸਿਫਤੀ ਰਜਿਆ ਆਓ ਬਹੁ ਸੁਲਤਾਨ। ਨਾਨਕ ਤੇਰੀ ਸਿਫਤ, ਨਾਨਕ ਤੇਰੀ ਸੇਵਾ, ਨਾਨਕ ਤੇਰੀ ਭਾਵਨਾ ਤੇ ਪ੍ਰੇਮਾ ਭਗਤੀ ਦੇ ਨਾਲ ਰਜ ਗਿਆ ਹੈ ਬਾਲਕ। ਹੁਣ ਤੈਨੂੰ ਘਰ ਜਾਣ ਦੀ ਲੋੜ ਨਹੀਂ, ਤੂੰ ਸੁਲਤਾਨ ਹੈ। ਇਹ ਸੁਲਤਾਨ ਆ ਸਾਡੇ ਲਾਗੇ ਜਿਹੜਾ ਹੈ ਉਹ ਬੈਠਣਾ ਕਰ। ਅਸ ਕਹੇ ਭਗਤ ਸਿਧਿਨ ਸੁਲਤਾਨੀ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਅਸ ਕਰ ਬਖਸ਼ੀ ਤਿਨ ਸੁਲਤਾਨੀ। ਇਹ ਹੈ ਗੁਰੂ ਨਾਨਕ ਦੇ ਘਰ ਦਾ ਜਿਹੜਾ ਹੈ ਰਾਜ। ਭਿਖਾਰੀ ਤੇ ਰਾਜ ਕਰਾਵੇ। ਉਹ ਬੱਚਾ ਜਿਹੜਾ ਖੇਤ ਦੀ ਰਾਖੀ ਬੈਠਾ ਹੋਇਆ ਹੈ, ਭਾਵਨਾ ਸ਼ਰਧਾ ਤੇ ਪ੍ਰੇਮ ਸਹਿਤ ਜਦੋਂ ਗੁਰੂ ਨਾਨਕ ਦੇ ਘਰ ਦੇ ਵਿੱਚ ਆਉਂਦਾ ਹੈ, ਇੰਨੀ ਭਾਵਨਾ ਅੰਦਰਲੀ ਜਾਗੀ ਕਿ ਇਸ ਮਾਲਕ ਨੂੰ ਜਿਹੜਾ ਹੈ ਭੋਜਨ ਛਕਾਵਾਂ ਘਰ ਦੇ ਵਿੱਚੋਂ ਲਿਆ ਕਰਕੇ। ਉਹ ਜਿਹੜਾ ਆਪ ਲੁਕਾਈ ਨੂੰ ਤ੍ਰਿਪਤ ਕਰ ਰਿਹਾ ਹੈ, ਜਿਹੜਾ ਆਪ ਇਸ ਲੁਕਾਈ ਨੂੰ ਜਿਹੜਾ ਹੈ ਦਾਤਾਂ ਦੇ ਕਰਕੇ ਇਸ ਨੂੰ ਚਲਾ ਰਿਹਾ ਹੈ, ਉਸ ਨੂੰ ਕਿਸ ਚੀਜ਼ ਦੀ ਭੁੱਖ ਹੈ? ਉਹ ਪ੍ਰੇਮਾ ਤੇ ਭਗਤੀ ਦਾ ਭੁੱਖਾ। ਇਹਦੀ ਭਾਵਨਾ, ਇਹਦਾ ਪਿਆਰ ਜਦੋਂ ਦੇਖਿਆ ਤੇ ਕਵੀ ਰਾਜ ਜੀ ਕਹਿੰਦੇ ਨੇ ਇਸ ਗਰੀਬੜੇ, ਇਸ ਬੱਚੇ ਨੂੰ ਜੋ ਖੇਤ ਫਸਲ ਦੀ ਰਾਖੀ ਬੈਠਾ ਸੀ, ਮੇਰੇ ਮਾਲਕ ਨੇ ਜਿਹੜਾ ਹੈ ਸੁਲਤਾਨੀ ਬਖਸ਼ ਦਿੱਤੀ। ਪਿਆਰ ਨਾਲ ਸਤਨਾਮ ਸ੍ਰੀ ਵਾਹਿਗੁਰੂ। ਖਿਨ ਮੇ ਥਾਪ ਉਥਾਪਨ ਹਾਰਾ, ਅੰਤ ਨਹੀਂ ਕਿਛ ਪਾਰਾਵਾ। ਉਹ ਖਿਨ ਭਰ ਦੇ ਅੰਦਰ ਜਿਹੜਾ ਹੈ ਨਾ ਉਹ ਪਾਤਸ਼ਾਹੀਆਂ ਬਖਸ਼ਣ ਵਾਲਾ ਰੱਬ ਹੈ। ਤੇ ਕਵੀ ਰਾਜ ਜੀ ਕਹਿੰਦੇ ਅਸ ਕਰ ਬਖਸ਼ੀ ਤਿਨ ਸੁਲਤਾਨੀ। ਬਸ ਇੰਨੀ ਦੇਰ ਲੱਗੀ ਕਿ ਖਿਨ ਭਰ ਦੇ ਅੰਦਰ ਮੇਰੇ ਮਾਲਕ ਨੇ ਉਸ ਖੇਤ ਦੇ ਰਖਵਾਲੇ ਤੋਂ ਇਹਨੂੰ ਸੁਲਤਾਨ ਬਣਾ ਦਿੱਤਾ ਹੈ। ਆਗੇ ਗਮਨ ਕੀਨ ਗੁਣ ਖਾਨੀ। ਇਹਨੂੰ ਸੁਲਤਾਨੀ ਬਖਸ਼ ਕੇ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਅੱਗੇ ਨੂੰ ਜਿਹੜੇ ਨੇ ਤੁਰਨਾ ਹੋਏ ਹਨ ਜੀ। ਬਾਲ ਕਰਿਓ ਖੇਤ ਟਿਕ ਬੈਸਾ। ਪਰ ਉਹ ਬਾਲਕ ਜਿਹੜਾ ਸੀ ਉਸੇ ਖੇਤ ਦੀ ਰਖਵਾਲੀ ਵਿੱਚ ਬੈਠਾ ਹੈ ਜੀ। ਸਾਹਿਬ ਕੰਤ ਹੋਤ ਪੈਸਾ। ਕਵੀ ਰਾਜ ਜੀ ਕਹਿੰਦੇ ਉਸਥੇ ਇਸ ਤਰ੍ਹਾਂ ਜਿਹੜਾ ਸੀ ਨਾ, ਇਹ ਸਾਰਾ ਬਿਰਤਾਂਤ ਜਿਹੜਾ ਹੈ ਵਰਤਣਾ ਕੀਤਾ ਹੈ ਜੀ। ਨਗਰ ਨਿਰਪਤ ਕੋ ਸੰਤਤ ਨਾਹੀ। ਤੇ ਜਿਸ ਨਗਰ ਦੇ ਵਿੱਚ ਇਹ ਬੱਚਾ ਰਹਿ ਰਿਹਾ ਸੀ, ਹੁਣ ਦੇਖੋ ਜਿਹੜੇ ਬਚਨ ਮੇਰੇ ਮਾਲਕ ਨੇ ਕਹਿ ਦਿੱਤੇ ਨਾ ਤੈਨੂੰ ਸੁਲਤਾਨੀ, ਤੇ ਹੁਣ ਉਹ ਸੁਲਤਾਨੀ ਮਿਲਣੀ ਕਿੱਦਾਂ ਹੈ, ਉਹ ਕਥਾ ਜਿਹੜੀ ਹੈ ਅੱਗੇ ਆ ਰਹੀ ਹੈ, ਉਹ ਪ੍ਰਸੰਗ ਚੱਲਣਾ ਹੈ। ਮੇਰੇ ਮਾਲਕ ਨੇ ਕਹਿਣਾ ਕੀਤਾ ਹੈ ਤੈਨੂੰ ਸੁਲਤਾਨੀ ਜਿਹੜੀ ਹੈ ਉਹ ਮਿਲ ਜਾਵੇਗੀ। ਤੈਨੂੰ ਸੁਲਤਾਨ ਅੱਜ ਤੋਂ ਕਰਾਰ ਕਰ ਦਿੱਤਾ। ਤੇ ਸੁਲਤਾਨੀ ਕਿਸ ਤਰ੍ਹਾਂ ਮਿਲਣੀ ਹੈ? ਕਹਿੰਦੇ ਜਿਸ ਨਗਰ ਦੇ ਵਿੱਚ ਇਹ ਬੱਚਾ ਰਹਿੰਦਾ ਸੀ, ਉਸ ਨਗਰ ਦਾ ਜਿਹੜਾ ਰਾਜਾ ਸੀ ਨਾ, ਉਹਦੇ ਘਰ ਦੇ ਵਿੱਚ ਕੋਈ ਪੁੱਤਰ ਜਾਂ ਧੀ ਆਦਿਕ ਕੋਈ ਸੰਤਾਨ ਨਹੀਂ ਸੀ ਜੀ। ਸੋ ਮਰ ਜੋਗ ਤਿਸੀ ਦਿਨ ਮਾਹੀ। ਤੇ ਮਾਲਕ ਦੇ ਘਰ ਦੀ ਕਲਾ ਜਿਸ ਦਿਨ ਧੰਨ ਗੁਰੂ ਨਾਨਕ ਨੇ ਇਸ ਬੱਚੇ ਨੂੰ ਕਿਹਾ ਆਓ ਬੈਠੋ ਸੁਲਤਾਨ ਜੀ, ਉਸੇ ਦਿਨ ਇਸ ਨਗਰ ਦਾ ਜਿਹੜਾ ਰਾਜਾ ਸੀ ਉਹ ਅਕਾਲ ਚਲਾਣਾ ਕਰ ਗਿਆ ਹੈ ਜੀ। ਬਿਨ ਨਿਰਭਉ ਸਰਬ ਦੇਸ ਅਕੁਲਾਇਓ। ਤੇ ਹੁਣ ਰਾਜੇ ਤੋਂ ਬਗੈਰ ਜਿੰਨੀ ਪ੍ਰਜਾ ਸੀ ਉਹ ਜਿਹੜੀ ਸੀ ਵਿਰਲਾਪ ਕਰ ਰਹੀ ਸੀ। ਹੋਏ ਕਾ ਕਾਠਾ ਮਤਾ ਪਕਾਇਓ। ਉਹਨਾਂ ਨੇ ਸੋਚਿਆ ਕਿ ਹੁਣ ਇਸ ਰਾਜ ਭਾਗ ਨੂੰ ਸੰਭਾਲੇਗਾ ਕੌਣ? ਰਾਜੇ ਦੀ ਤੇ ਕੋਈ ਸੰਤਾਨ ਹੀ ਨਹੀਂ ਹੈ। ਇਸ ਕਰਕੇ ਇਕੱਠੇ ਹੋ ਕੇ ਨਾ ਉਹ ਸਾਰੇ ਨਗਰ ਦੇ ਵਾਸੀ, ਉੱਥੋਂ ਦੇ ਵਜ਼ੀਰ, ਉੱਥੋਂ ਦੇ ਮੰਤਰੀ ਆਦਿਕ ਇਕੱਠੇ ਹੋ ਗਏ। ਇਸ ਤਰ੍ਹਾਂ ਆਪਸ ਦੇ ਵਿੱਚ ਕੋਈ ਵਿਚਾਰ ਕਰਨ ਲੱਗੇ ਹਨ ਜੀ। ਮੰਤਰੀ ਸਭ ਸੋ ਗਿਰਾ ਉਚਾਰੀ। ਜਿੰਨੇ ਮੰਤਰੀ ਸਨ, ਅਹਿਲਕਾਰ ਸਨ, ਉਹਨਾਂ ਨੇ ਕੁਝ ਵਿਚਾਰ ਕੀਤੀ ਤੇ ਇਸ ਤਰ੍ਹਾਂ ਫਿਰ ਬਚਨ ਕਹਿਣੇ ਕੀਤੇ ਹਨ ਜੀ। ਜੇ ਹਮਲੇ ਨਰਕ ਅਧਿਕਾਰੀ। ਕਹਿਣ ਲੱਗੇ ਜੇ ਅਸੀਂ ਰਾਜੇ ਦੇ ਤਖਤ ਦੇ ਉੱਤੇ ਬੈਠ ਜਾਈਏ ਤੇ ਅਸੀਂ ਨਰਕਾਂ ਦੇ ਜਿਹੜੇ ਹਾਂ ਅਧਿਕਾਰੀ ਬਣ ਜਾਵਾਂਗੇ। ਪਿਆਰ ਨਾਲ ਕੋ ਸਤਨਾਮ ਸ੍ਰੀ ਵਾਹਿਗੁਰੂ। ਕਿੰਨੀ ਕੇ ਅੰਦਰ ਜਿਹੜੀ ਹੈ ਆਪਣੇ ਰਾਜ ਭਾਗ ਦੇ ਪ੍ਰਤੀ ਜਿਹੜਾ ਹੈ ਉਹਨਾਂ ਦੇ ਸ਼ਰਧਾ ਸੀ।
ਤੇ ਇੱਥੇ ਨਮਕ ਹਲਾਮੀ ਵਾਲੀ ਜਿਹੜੀ ਹੀ ਕੋਈ ਗੱਲ ਹੀ ਨਹੀਂ ਸੀ ਕਿ ਇਹ ਨਮਕ ਹਰਾਮੀ ਕਰ ਜਾਂਦੇ। ਕਹਿੰਦੇ ਨਹੀਂ, ਜਿਸ ਰਾਜੇ ਦਾ ਰਾਜ ਸੀ ਰਾਜ ਉਹਨੂੰ ਮੁਬਾਰਕ, ਆਪਾਂ ਜਿਨ੍ਹਾਂ ਅਹੁਦਿਆਂ ਦੇ ਉੱਤੇ ਹਾਂ ਸਾਨੂੰ ਉਹ ਅਹੁਦੇ ਮੁਬਾਰਕ। ਮਾਫ ਕਰਨਾ ਗੁਰ ਕੀ ਸੰਗਤ, ਅੱਜ ਇੱਕ ਕੁਰਸੀ ਤੇ ਬੈਠਾ ਹੋਇਆ ਉਸ ਤੋਂ ਥਲੜੀ ਕੁਰਸੀ ਵਾਲਾ ਕਹਿੰਦਾ ਹੈ ਕਿ ਕਿਹੜੇ ਵੇਲੇ ਇਹਦੀ ਕੁਰਸੀ ਦੀ ਲੱਤ ਟੁੱਟੇ ਤੇ ਮੈਂ ਉਸ ਕੁਰਸੀ ਦੇ ਉੱਤੇ ਜਿਹੜਾ ਹੈ ਬਿਰਾਜਮਾਨ ਹੋ ਜਾਵਾਂ। ਪਰ ਇੰਨੇ ਇਹ ਤਹਿਸ਼ੀ ਹਨ ਉਸ ਰਾਜੇ ਦੇ ਰਾਜ ਭਾਗ ਨੂੰ। ਕਹਿੰਦੇ ਆਪਾਂ ਜੇ ਬੈਠੇ ਨਾ ਉਸ ਰਾਜ ਭਾਗ ਦੇ ਉੱਤੇ, ਮੰਨ ਲਓ ਸਾਡੇ ਵਿੱਚੋਂ ਕੋਈ ਮੰਤਰੀ ਸ਼ੰਤਰੀ ਜਿਹੜਾ ਹੈ ਉਹ ਰਾਜ ਭਾਗ ਸਾਂਭ ਲੇ ਤੇ ਸਾਨੂੰ ਇਸ ਤਰ੍ਹਾਂ ਜਾਪਦਾ ਹੈ ਅਸੀਂ ਨਰਕਾਂ ਦੇ ਭਾਗੀ ਬਣਾਂਗੇ। ਹੁਣ ਦੂਜੇ ਪਾਸੇ ਇਹ ਹੈ ਕਿ ਨਾ ਉਸ ਰਾਜੇ ਦੀ ਕੋਈ ਆਪਣੀ ਸੰਤਾਨ ਸੀ ਤੇ ਨਾ ਹੀ ਉਸ ਰਾਜੇ ਦਾ ਕੋਈ ਭਰਾ ਸੀ। ਜਿਹ ਕੋ ਰਾਜ ਦੇ ਹਮ ਸੋ, ਕਹਿੰਦੇ ਜਿਸ ਨੂੰ ਆਪਾਂ ਇਹ ਰਾਜ ਭਾਗ ਸੰਭਾਲ ਦਈਏ। ਆਪ ਕਰਤਾਰ ਦੇ ਹੈ ਜਾਹੀ, ਆਂਦੇ ਹੁਣ ਤਾਂ ਸਾਰੀ ਵਾਗਡੋਰ ਉਸ ਪਰਮਾਤਮਾ ਅਕਾਲ ਪੁਰਖ ਕਰਤਾਰ ਦੇ ਉੱਤੇ ਛੱਡੀ ਹੈ। ਸਰਬ ਬਿਠਾਰੋ ਮਿਲ ਕਰਤਾਹੀ, ਜੋ ਉਹ ਕਰੇਗਾ ਸਾਨੂੰ ਉਹੀ ਚੰਗਾ, ਅਸੀਂ ਰਲ ਮਿਲ ਕੇ ਸਾਰੇ ਉਹੀ ਕਰ ਦਵਾਂਗੇ। ਦਰੇਦਾਰ ਨਗਰ ਬੰਦ ਕਰਵਾਇਆ, ਫਿਰ ਇਹਨਾਂ ਨੇ ਸਾਰਿਆਂ ਨੇ ਨਾ ਗੁਰੂ ਕੀ ਸੰਗਤ ਜੀ, ਮੰਤਰੀਆਂ ਨੇ, ਹੋਰ ਅਹਿਲਕਾਰਾਂ ਨੇ, ਜੋ ਸੂਝਵਾਨ ਲੋਕ ਸਨ ਉਸ ਦੇਸ਼ ਦੇ, ਉਹਨਾਂ ਨੇ ਰਲ ਕੇ ਇੱਕ ਮਤਾ ਪਕਾ ਲਿਆ। ਕਹਿਣ ਲੱਗੇ ਅਸੀਂ ਨਾ ਇਸ ਰਾਜ ਦੇ 4 ਦਰਵਾਜ਼ੇ ਹਨ, ਜਿਹੜੀਆਂ 4 ਦਿਸ਼ਾਵਾਂ ਨੇ, 4 ਦਰਵਾਜ਼ੇ ਨੇ ਤੇ ਹਰ ਕੋਈ ਇੱਕ ਇੱਕ ਦਰਵਾਜ਼ੇ ਵਿੱਚੋਂ ਕੋਈ ਨਾ ਕੋਈ ਆਉਂਦਾ ਹੈ ਰੋਜ਼। ਪਰ ਇਸ ਤਰ੍ਹਾਂ ਗੱਲ ਨਹੀਂ ਬਣਨੀ, ਆਪਾਂ 3 ਦਰਵਾਜ਼ੇ ਇਸ ਰਾਜ ਦੇ ਬੰਦ ਕਰ ਦੇਵਾਂਗੇ ਤੇ ਇੱਕ ਦਰਵਾਜ਼ਾ ਜਿਹੜਾ ਹੈ ਉਹ ਖੁੱਲ੍ਹਾ ਰੱਖਾਂਗੇ। ਇਸ ਕਰਕੇ ਕਵਿਰਾਜ ਜੀ ਨੇ ਇੱਥੇ ਅੰਕਿਤ ਕੀਤਾ ਹੈ, ਤ੍ਰੈ ਦਰ ਨਗਰ ਬੰਦ ਕਰਵਾਈਐ। 3 ਦਰਵਾਜ਼ੇ ਨਗਰ ਦੇ ਬੰਦ ਕਰ ਦਿੱਤੇ ਗਏ ਹਨ ਜੀ। ਖੋਲ ਏਕ ਦਰ ਸਭ ਮਿਲ ਜਾਈਏ, ਤੇ ਇੱਕ ਦਰ ਜਿਹੜਾ ਹੈ ਖੋਲ ਦਿੱਤਾ ਹੈ ਜੀ। ਹੋਰ ਭਾਈ ਜੋ ਮਿਲੇ ਆਗਾਰੀ, ਤੇ ਨਾਲ ਇਹ ਵੀ ਅੰਕਿਤ ਕੀਤਾ ਕਿ ਹੁਣ ਜਦੋਂ ਸਵੇਰ ਚੜ੍ਹੇਗੀ ਤੇ ਇਸ ਦਰਵਾਜ਼ੇ ਦੇ ਬੂਹੇ ਤੇ ਜੋ ਸਭ ਤੋਂ ਪਹਿਲਾਂ ਮਨੁੱਖ ਜਿਹੜਾ ਸਾਨੂੰ ਮਿਲੇਗਾ ਜੀ, ਇਹ ਕੋ ਦੇਵੇ ਤਖਤ ਬੈਠਾਰੀ, ਜਿਹੜਾ ਸਭ ਤੋਂ ਪਹਿਲਾਂ ਮਿਲੇਗਾ ਇਸ ਰਸਤੇ ਦੇ ਉੱਤੇ ਅਸੀਂ ਉਹਨੂੰ ਤਖਤ ਦੇ ਉੱਤੇ ਬਿਠਾ ਕਰਕੇ ਇੱਥੋਂ ਦਾ ਸੁਲਤਾਨ, ਇੱਥੋਂ ਦਾ ਰਾਜਾ ਬਣਾ ਦੇਵਾਂਗੇ। ਮਾਨੀ ਸਭ ਨੇ ਕੇ ਜਿਸ ਭਾਤੀ, ਜਿਸ ਤਰ੍ਹਾਂ ਗੁਣੀ ਜਨਾਂ ਨੇ ਮਤਾ ਪਕਾਇਆ, ਉੱਥੋਂ ਦੀ ਸਾਰੀ ਜਨਤਾ ਪ੍ਰਜਾ ਨੇ ਜਿਹੜਾ ਹੈ ਇਹਨਾਂ ਦੀ ਇਹ ਗੱਲ ਮੰਨ ਲਈ ਹੈ ਜੀ। ਰਿਓ ਖੇਤ ਪਰ ਬਾਲ ਕਰਾਚੀ, ਦੂਜੇ ਪਾਸੇ ਧੰਨ ਗੁਰੂ ਨਾਨਕ ਦੀ ਸੇਵਾ ਭਾਵਨਾ ਦੇ ਵਿੱਚ ਜੁਟਿਆ ਹੋਇਆ ਜਿਹੜਾ ਬਾਲਕ ਸੀ ਉਹ ਤਾਂ ਖੇਤ ਦੇ ਵਿੱਚ ਹੀ ਬੈਠਾ ਰਹਿ ਗਿਆ ਸੀ। ਧੰਨ ਗੁਰੂ ਨਾਨਕ ਜੀ ਅੱਗੇ ਤੁਰ ਗਏ ਸਨ ਇਹਨੂੰ ਸੁਲਤਾਨ ਕਹਿ ਕਰਕੇ। ਹੁਣ ਬੈਠਿਆਂ ਬੈਠਿਆਂ ਮਾਲਕ ਦੇ ਘਰ ਦੇ ਨਾਲ ਜੁੜਿਆ ਹੋਇਆ ਸੀ ਤੇ ਪਤਾ ਹੀ ਨਾ ਲੱਗਾ ਕਿ ਕਦੋਂ ਜਿਹੜੀ ਹੈ ਉਹ ਰਾਤ ਪੈ ਗਈ ਤੇ ਉਸ ਖੇਤ ਦੇ ਵਿੱਚ ਹੀ ਬੈਠਾ ਰਹਿ ਗਿਆ। ਹੁਣ ਜਦੋਂ ਆਂਦੇ ਦੂਜੇ ਪਾਸੇ ਸਵੇਰ ਜਦੋਂ ਹੋਈ ਹੈ ਜੀ, ਭਾਈ ਭੋਰ ਕਰ ਆਵਣ ਲਾਗਾ, ਤੇ ਜਦੋਂ ਸਵੇਰ ਹੋਈ ਤੇ ਉੱਥੋਂ ਹੁਣ ਤੁਰ ਕੇ ਇਹ ਆਪਣੇ ਨਗਰ ਉਸ ਰਾਜ ਦੇ ਵਿੱਚ ਆਪਣੇ ਘਰ ਨੂੰ ਤੁਰਨਾ ਕਰਦਾ ਹੈ ਜੀ। ਸਭ ਹਿਨ ਮਿਲਤ ਪਿਓ ਵਡ ਭਾਗਾ, ਤੇ ਹਰ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਪਹਿਲਾਂ 3 ਦਰਵਾਜ਼ਿਆਂ ਥਾਣੀ ਜਾਣ ਦੀ ਕੋਸ਼ਿਸ਼ ਕੀਤੀ, ਉਹ 3 ਦਰਵਾਜ਼ੇ ਬੰਦ ਹਨ। ਪਰ ਜਿਹੜਾ ਖੁੱਲ੍ਹਾ ਹੈ ਹੁਣ ਉਧਰੋਂ ਦੀ ਇਹਨੂੰ ਅੰਦਰ ਜਾਣਾ ਪਵੇਗਾ ਆਪਣੇ ਘਰ। ਹੁਣ ਜਿਉਂ ਹੀ ਉਸ ਦਰਵਾਜ਼ੇ ਦੇ ਕੋਲ ਜਾਂਦਾ ਹੈ ਤੇ ਅੱਗੇ ਮੰਤਰੀ ਆਦਿਕ ਅਹਿਲਕਾਰ, ਉਹ ਨਗਰ ਦੇ ਲੋਕ ਜਿਹੜੇ ਨੇ ਉਸ ਬੰਦੇ ਨੂੰ ਉਡੀਕ ਰਹੇ ਨੇ ਜਿਹੜਾ ਸਭ ਤੋਂ ਪਹਿਲਾਂ ਸਵੇਰ ਹੁੰਦਿਆਂ ਸਾਰ ਜਿਹੜਾ ਹੈ ਇਸ ਦਰਵਾਜ਼ੇ ਰਾਹੀਂ ਅੰਦਰ ਆਵੇਗਾ।
ਇਹ ਰਾਤ ਖੇਤ ਦੇ ਵਿੱਚ ਰਹਿ ਗਿਆ ਸੀ। ਹੁਣ ਸਵੇਰ ਹੋਈ ਤੇ ਉਸ ਗੇਟ ਦੇ ਵਿੱਚੋਂ ਦੀ, ਦਰਵਾਜ਼ੇ ਦੇ ਵਿੱਚੋਂ ਦੀ ਜਦੋਂ ਅੰਦਰ ਲੰਘਣ ਲੱਗਾ ਨਾ ਤੇ ਇਹਦੇ ਭਾਗ ਜਾਗ ਪਏ। ਪਿਆਰ ਨਾਲ ਆਖੋ ਸਤਿਨਾਮ। ਹੁਣ ਭਾਗ ਕਿੱਦਾਂ ਜਾਗੇ? ਉਹਨਾਂ ਦਾ ਮਤਾ ਸੀ ਕਿ ਜਿਹੜਾ ਪਹਿਲਾਂ ਆਵੇਗਾ ਉਹਨੂੰ ਅਸੀਂ ਤਖਤ ਦੇ ਉੱਤੇ ਬਿਠਾ ਦੇਵਾਂਗੇ, ਸਾਡਾ ਰਾਜਾ ਜਿਹੜਾ ਹੈ ਉਹ ਹੋਵੇਗਾ। ਇਹਦੇ ਭਾਗ ਜਾਗੇ। ਗੁਰੂ ਨਾਨਕ ਦੇ ਕਹੇ ਹੋਏ ਬਚਨ ਕਦੀ ਵੀ ਗੁਰੂ ਕੀ ਸੰਗਤ ਜੀ, ਦਰਿਆ ਜਿਹੜੇ ਨੇ ਆਪਣੀ ਦਿਸ਼ਾ ਬਦਲ ਸਕਦੇ ਨੇ। ਸੁਮੇਰ ਜਿਹੜੇ ਨੇ ਇੱਕ ਥਾਂ ਤੋਂ ਦੂਸਰੀ ਜਗ੍ਹਾ 'ਤੇ ਸੁਮੇਰ ਪਰਬਤ ਹਿੱਲ ਸਕਦਾ ਹੈ। ਮੀਂਹ ਜਿਹੜਾ ਹੈ ਇੱਥੇ ਨਾ ਪਵੇ, ਕਿਤੇ ਹੋਰ ਪੈ ਸਕਦਾ ਹੈ। ਪਰ ਗੁਰੂ ਨਾਨਕ ਦੇ ਕਹੇ ਹੋਏ ਬਚਨਾਂ ਦੇ ਉੱਤੇ ਕੋਈ ਕਠਾਸ ਨਹੀਂ। ਜੋ ਗੁਰੂ ਨਾਨਕ ਨੇ ਕਹਿ ਦਿੱਤਾ ਉਹ ਦੁਨੀਆ ਦੇ ਉੱਤੇ ਹੋ ਕੇ ਰਹੇਗਾ। ਪਿਆਰ ਨਾਲ ਸਤਿਨਾਮ ਸ੍ਰੀ ਵਾਹਿਗੁਰੂ। ਇੱਕ ਸਾਧ ਬਚਨ ਅਟਲਾਦਾ, ਗੁਰੂ ਦਾ ਕਿਹਾ ਹੋਇਆ ਬਚਨ ਕਦੇ ਟਲ ਨਹੀਂ ਸਕਦਾ। ਆਓ ਬੈਠ ਸੁਲਤਾਨ ਜੀ, ਮੇਰੇ ਲਾਗੇ ਆ ਕੇ ਬੈਠੋ ਸੁਲਤਾਨ। ਸੁਲਤਾਨ ਦੀ ਪਦਵੀ ਦਿੱਤੀ। ਇੱਥੇ ਹੁਣ ਇਹ ਘਟਨਾ ਵਾਪਰਦੀ ਹੈ। ਇਹ ਬੱਚਾ ਜਿਹੜਾ ਹੈ ਅਚਨਚੇਤ ਸਭ ਤੋਂ ਪਹਿਲਾਂ ਦਰਵਾਜ਼ੇ ਦੇ ਕੋਲ ਆਇਆ। ਉੱਥੋਂ ਦੇ ਮੰਤਰੀ, ਉੱਥੋਂ ਦੇ ਅਹਿਲਕਾਰਾਂ ਨੇ ਇਹਨੂੰ ਆਪਣੀ ਗੋਦ ਦੇ ਵਿੱਚ ਜਿਹੜਾ ਹੈ ਉਠਾ ਲਿਆ ਹੈ ਜੀ। ਤੇ ਰਾਜ ਭਾਗ ਗੱਦੀ ਸੰਭਾਲਣ ਵਾਸਤੇ ਸਭ ਤੋਂ ਪਹਿਲਾਂ ਇਹਦਾ ਹੁਣ ਰਾਜ ਦਰਬਾਰ ਦੇ ਵਿੱਚ ਲਿਜਾ ਕਰਕੇ ਇਹਨੂੰ ਇਸ਼ਨਾਨ ਪਾਨ ਕਰਵਾਉਣਾ ਕੀਤਾ ਹੈ। ਰਾਜ ਸਰਬ ਕੇ ਤਖਤ ਬਿਠਾਇਓ, ਤੇ ਰਾਜ ਤਿਲਕ ਲਾ ਕਰਕੇ ਇਹਨੂੰ ਰਾਜੇ ਦੇ ਤਖਤ ਦੇ ਉੱਤੇ ਬਿਠਾ ਕਰਕੇ ਇਹਨੂੰ ਕਹਿਣ ਲੱਗੇ ਨੇ ਸੁਲਤਾਨ ਸੁਲਤਾਨ ਸੁਲਤਾਨ। ਪਿਆਰ ਨਾਲ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਹੈ ਗੁਰੂ ਨਾਨਕ ਦੇ ਘਰ ਦੀ ਵਡਿਆਈ। ਪਸ਼ੂ ਪ੍ਰੇਤ ਮੁਗਤ ਕੋ ਤਾਰੇ, ਪਾਹਨ ਪਾਰ ਉਤਾਰੇ, ਨਾਨਕ ਦਾਸ ਤੇਰੀ ਸ਼ਰਨਾਈ, ਸਦਾ ਸਦਾ ਬਲਿਹਾਰੇ। ਇਹ ਸ਼ਬਦ ਸ਼ੁਰੂ ਹੁੰਦਾ ਹੈ ਊਚ ਅਪਾਰ ਬੇਅੰਤ ਸੁਆਮੀ, ਕੌਣ ਜਾਣੇ ਗੁਣ ਤੇਰੇ, ਗਾਵਤ ਉਦਰਹਿ ਸੁਨਤੇ ਉਦਰਹਿ, ਬਿਨਸੇ ਪਾਪ ਕਨੇਰੇ। ਤੈਨੂੰ ਗਾਉਣ ਵਾਲੇ ਤਰ ਗਏ, ਤੈਨੂੰ ਸੁਣਨ ਵਾਲੇ ਨਾਨਕ ਜੀ ਤਰ ਗਏ। ਇੱਥੋਂ ਤੱਕ ਕੋਈ ਪ੍ਰੇਤ ਹੋਵੇ, ਕੋਈ ਪਸ਼ੂ ਹੋਵੇ, ਆਦਿਕ ਪਸ਼ੂ ਪ੍ਰੇਤ ਮੁਗਤ ਕੋ ਤਾਰੇ, ਪਾਹਨ ਪਾਰ ਉਤਾਰੇ। ਤੂੰ ਪੱਥਰਾਂ ਨੂੰ ਵੀ ਤਾਰ ਦਿੰਦਾ ਹੈ ਨਾਨਕ। ਪਰ ਗੱਲ ਹੈ ਨਾਨਕ ਦਾਸ ਤੇਰੀ ਸ਼ਰਨਾਈ, ਜਿਹੜੀ ਤੇਰੀ ਸ਼ਰਨ ਦੇ ਵਿੱਚ ਆ ਗਿਆ। ਤਿੰਨ ਬਲਿਹਾਰੇ, ਉਹਨਾਂ ਤੋਂ ਬਲਿਹਾਰੇ ਤੇ ਸਦਕੇ ਕਹਿੰਦੇ ਇਹਨੂੰ ਤਖਤ ਦੇ ਉੱਤੇ ਬਿਠਾ ਕਰਕੇ ਇਹਨੂੰ ਉਸ ਨਗਰ ਦਾ, ਉਸ ਰਾਜ ਭਾਗ ਦਾ ਰਾਜਾ ਸੁਲਤਾਨ ਜਿਹੜਾ ਹੈ ਐਲਾਨ ਦਿੱਤਾ ਹੈ ਜੀ। ਗੁਰ ਕੇ ਬਚਨ ਪਾਏ ਸੋ ਭਾਗੇ। ਉਸ ਬਾਲਕ ਨੇ ਗੁਰੂ ਜੀ ਦੇ ਕਹੇ ਹੋਏ ਬਚਨ ਜਿਹੜੇ ਨੇ ਉਹਨਾਂ ਨੂੰ ਪਾ ਲਿਆ। ਭਾਵ ਜੋ ਗੁਰੂ ਨਾਨਕ ਨੇ ਕਿਹਾ ਸੀ ਤੇਰੀ ਪ੍ਰੇਮਾ ਭਗਤੀ ਸਾਨੂੰ ਭਾ ਗਈ ਹੈ, ਹੁਣ ਭੋਜਨ ਦੀ ਲੋੜ ਨਹੀਂ, ਤੂੰ ਸਾਡੇ ਲਈ ਸੁਲਤਾਨ ਹੈ। ਇਸ ਕਰਕੇ ਇਹ ਸੁਲਤਾਨ ਜੀ ਸਾਡੇ ਲਾਗੇ ਆ ਕੇ ਬੈਠੋ। ਉਹ ਕਿਹਾ ਹੋਇਆ ਸੁਲਤਾਨ ਲਫ਼ਜ਼ ਜਿਹੜਾ ਹੈ ਅੱਜ ਉਹਨੂੰ ਜਿਹੜਾ ਹੈ ਉਸ ਨਗਰ ਦਾ ਰਾਜਾ ਸੁਲਤਾਨ ਬਣਾ ਦਿੱਤਾ। ਤੇ ਖਿਨ ਭਰ ਦੇ ਅੰਦਰ ਉਹ ਇੱਕ ਰਖਵਾਲੇ ਤੋਂ ਜਿਹੜਾ ਹੈ ਪਾਤਸ਼ਾਹ ਬਣ ਗਿਆ। ਪਿਆਰ ਨਾਲ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਹੈ ਗੁਰੂ ਨਾਨਕ ਦੇ ਘਰ ਦੀ ਵਡਿਆਈ, ਇਹ ਹੈ ਗੁਰੂ ਨਾਨਕ ਦੇ ਘਰ ਦੀ ਸਿਫਤ ਜੀ। ਇਸ ਪਰ ਘਰ ਪਾਤਾਹੀ ਪਰ ਸੰਗਾ। ਕਵੀ ਰਾਜ ਜੀ ਕਹਿੰਦੇ ਇਸ ਤਰ੍ਹਾਂ, ਹੇ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ, ਭਾਈ ਬਾਲਾ ਜੀ ਕਹਿ ਰਹੇ ਨੇ ਹੁਣ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੂੰ, ਗੁਰੂ ਅੰਗਦ ਜੀ ਇਸ ਤਰ੍ਹਾਂ ਗੁਰੂ ਨਾਨਕ ਦੇ ਘਰ ਦੇ ਵਿੱਚ ਉਹ ਜਿਹੜਾ ਰਖਵਾਲਾ ਸੀ, ਖੇਤਾਂ ਦੀ ਰਾਖੀ ਕਰਨ ਵਾਲਾ, ਫਸਲਾਂ ਦੀ ਰਾਖੀ ਕਰਨ ਵਾਲਾ, ਮੇਰੇ ਗਰੀਬ ਨਿਵਾਜ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਉਸ ਰਖਵਾਲੇ ਤੋਂ ਉਹਨੂੰ ਛਿਨ ਭਰ ਦੇ ਵਿੱਚ ਜਿਹੜੀ ਹੈ ਉਹ ਸੁਲਤਾਨੀ ਪਾਤਸ਼ਾਹੀ ਬਖਸ਼ ਦਿੱਤੀ। ਇਹ ਕਥਾ ਇਸ ਤਰ੍ਹਾਂ ਸੀ ਜੀ। ਅਬ ਗੁਰ ਕਹੋ ਕਥਾ ਸਭ ਮੰਗਾ। ਹੇ ਗੁਰੂ ਅੰਗਦ ਦੇਵ ਜੀ, ਹੁਣ ਤੁਸੀਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਅਗਲਾ ਜੀਵਨ ਸੁਣੋ ਜੀ। ਮੰਗ ਮੈਂ ਗਮਣੇ ਜਾਈ ਅਗਾਰੀ। ਤੇ ਹੁਣ ਗੁਰੂ ਨਾਨਕ ਸਾਹਿਬ ਜੀ ਲੁਕਾਈ ਨੂੰ ਤਾਰਨ ਵਾਸਤੇ ਅਗਾਹ ਜਿਹੜੇ ਨੇ ਉਹ
ਚੱਲ ਪਏ ਹਨ ਜੀ। ਸਨਮੁਖ ਮਿਲੋ ਏਕ ਵੈਪਾਰੀ। ਤੇ ਚਲਦਿਆਂ ਰਾਹ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਇੱਕ ਜਿਹੜਾ ਹੈ ਵਪਾਰੀ ਮਿਲਿਆ ਹੈ। ਇਹ ਕੌਣ ਹੈ ਵਪਾਰੀ? ਇਸ ਦੇ ਕੋਲ ਕਿਹੜਾ ਸਮਾਨ ਹੈ ਜੋ ਇਹ ਵੇਚਦਾ ਪਿਆ ਹੈ? ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਘਰ ਦੀ ਕਿਰਪਾ ਕੀ ਇਹਦੇ ਉੱਤੇ ਵਰਸਦੀ ਹੈ? ਕੀ ਇਹ ਗੁਰੂ ਨਾਨਕ ਦੇ ਘਰ ਦਾ ਜਿਹੜਾ ਹੈ ਸਿੱਖ ਬਣਦਾ ਹੈ? ਸਾਰਾ ਪ੍ਰਸੰਗ ਆਉਣ ਵਾਲੇ ਦੀਵਾਨਾਂ ਦੇ ਵਿੱਚ ਆਪ ਜੀ ਸਰਵਣ ਕਰੋਗੇ ਜੀ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਗੁਰ ਇਤਿਹਾਸ ਦੀ ਗਾਥਾ ਕਹਿੰਦੇ ਆ ਬੇਅੰਤ ਭੁੱਲਾਂ ਹੋ ਜਾਂਦੀਆਂ ਨੇ, ਭੁੱਲਾਂ ਬੱਚਿਆਂ ਦੀ ਝੋਲੀ 'ਚ ਪਾ ਦੇਣੀਆਂ। ਗੁਰ ਦੀ ਗੱਲ ਜਿਹੜੀ ਹੈ ਪੱਲੇ ਬਣ ਕੇ ਜਾਣੀ ਜੀ। ਅੱਜ ਜਿੱਥੇ ਹਿੰਦੁਸਤਾਨ ਦੀ ਪੱਤੀ ਦੇ ਉੱਪਰ ਦੇਸ਼ ਦੀ ਆਜ਼ਾਦੀ ਨੂੰ ਮਨਾਇਆ ਜਾ ਰਿਹਾ ਹੈ, ਉੱਥੇ ਹੀ ਸ੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਹੋਏ ਆਦੇਸ਼ ਅਨੁਸਾਰ ਉਸ ਸਮੇਂ ਜੋ ਦੇਸ਼ ਦੀ ਵੰਡ ਹੋਈ 1947 ਦੇ ਵਿੱਚ ਤਕਰੀਬਨ ਬੱਚੇ ਬੱਚੀਆਂ ਬਜ਼ੁਰਗ ਮਾਵਾਂ ਭੈਣਾਂ ਆਦਿਕ